जो सतगुरां दी साजी निवाजी गुरु रूप प्यारी साध संगत जी, आप सारियां संगतां ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਜਨਮ ਦੇ ਕੁਛ ਪਲ ਕੁਛ ਘੜੀਆਂ ਸਫਲਿਆਂ ਕਰਨ ਦੇ ਯਤਨ ਕਰਦੇ ਹਾਂ। ਅਕਾਲ ਪੁਰਖ ਨੇ ਰਹਿਮਤਾਂ ਬਖਸ਼ਿਸ਼ ਕੀਤੀਆਂ ਹਨ, ਜੋ ਕਿ ਸਤਿਗੁਰਾਂ ਨੇ ਆਪਣੇ ਦਰਸ਼ਨ ਦੀਦਾਰੇ ਬਖਸ਼ੇ ਨੇ। ਗੁਰਬਾਣੀ ਪੜ੍ਹਨ ਸੁਣਨ ਦਾ ਲਾਹੇ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਮਿਲਿਆ। ਅੱਜ ਦਾ ਇਹ ਦਿਨ ਸਮਾਜ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਇੱਕ ਅਹਿਮ ਦਿਨ ਹੈ। ਕਿਉਂਕਿ ਅੱਜ ਦੇ ਦਿਨ ਸ਼ਹੀਦ ਭਾਈ ਊਧਮ ਸਿੰਘ ਜੀਆਂ ਨੂੰ ਫਾਂਸੀ ਦਿੱਤੀ ਗਈ ਸੀ। ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਜਦੋਂ ਜਲਿਆਂਵਾਲੇ ਬਾਗ ਦੇ ਵਿੱਚ ਸਿੱਖ ਕੌਮ ਇਕੱਠੀ ਹੋਈ ਸੀ ਨਾ, ਉਸ ਵਕਤ ਅੰਗਰੇਜ਼ ਹਕੂਮਤ ਨੇ 4 ਚੁਫੇਰਿਆਂ ਤੋਂ ਘੇਰਾ ਪਾ ਕੇ ਤੇ ਜਿੰਨੇ ਵੀ ਸਿੱਖ ਜਲਿਆਂਵਾਲੇ ਬਾਗ ਦੇ ਵਿੱਚ ਇਕੱਠੇ ਸਨ, ਉਹਨਾਂ ਸਾਰੇ ਬੈਠਿਆਂ ਤੇ ਨਿਹੱਥਿਆਂ ਦੇ ਉੱਪਰ ਗੋਲੀਆਂ ਚਲਾ ਕੇ ਅਨੇਕਾਂ ਸਿੱਖ ਬੀਬੀਆਂ, ਬੱਚੇ, ਮਾਤਾਵਾਂ, ਬਜ਼ੁਰਗ, ਕਿਉਂਕਿ ਬਰੂਦ ਕਿਸੇ ਦੀ ਉਮਰ ਨਹੀਂ ਦੇਖਦਾ, ਅਨੇਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਬਹੁਤਿਆਂ ਨੇ ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਖੂਹ ਬਣਿਆ, ਉਹ ਖੂਹ ਦੇ ਵਿੱਚ ਛਾਲਾਂ ਵੀ ਮਾਰੀਆਂ ਸੀ। ਕੁਛ ਤੇ ਗੋਲੀਆਂ ਦੇ ਨਾਲ ਅੰਗਰੇਜ਼ ਹਕੂਮਤ ਨੇ ਭੰਨ ਦਿੱਤੇ, ਤੇ ਜਿਨ੍ਹਾਂ ਨੇ ਖੂਹ ਦੇ ਵਿੱਚ ਛਾਲਾਂ ਮਾਰੀਆਂ ਸੀ, ਅੱਧਾ ਖੂਹ ਉਹਨਾਂ ਦੇ ਨਾਲ ਭਰ ਗਿਆ ਸੀ। ਫਿਰ ਵੀ ਉਹਨਾਂ ਨੇ ਸੋਚਿਆ, ਕਹਿੰਦੇ ਸ਼ਾਇਦ ਇਹ ਕਿਤੇ ਜਿਉਂਦੇ ਨਾ ਨਿਕਲ ਆਉਣ। ਖੂਹ ਦੇ ਉੱਪਰ ਖੜ੍ਹ ਕੇ ਉਹਨਾਂ ਨੇ ਖੂਹ ਦੇ ਵਿੱਚ ਗੋਲੀਆਂ ਚਲਾ ਚਲਾ ਕੇ ਸਾਰਿਆਂ ਨੂੰ ਖੂਹ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਜਿਹੜੇ ਖੂਹ ਦੇ ਉੱਪਰ ਦੁਨੀਆ ਪਾਣੀ ਲੈਣ ਵਾਸਤੇ ਜਾਂਦੀ ਹੈ, ਸਿੱਖ ਕੌਮ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਖੂਹਾਂ ਦੇ ਵਿੱਚ ਵੀ ਸਿੱਖ ਕੌਮ ਨੇ ਆਪਣਾ ਖੂਨ ਡੋਲਿਆ ਹੋਇਆ ਹੈ। ਉਸ ਤੋਂ ਬਾਅਦ ਜਿਹੜਾ ਜਨਰਲ ਡਾਇਰ ਸੀ, ਇਹਨੇ ਫਿਰ ਸਾਰਿਆਂ ਨੂੰ ਸ਼ਹੀਦ ਕਰਕੇ, ਬਦਕਿਸਮਤੀ ਹੈ ਸਾਡੀ ਕੌਮ ਦੀ ਕਿ ਸਾਡੇ ਹੀ ਪੰਜਾਬ ਦੇ ਵਿੱਚ ਇੱਕ ਅਮੀਰ ਘਰ ਦੇ ਵਿੱਚ ਜਾ ਕੇ
ਇਹਨੇ ਆਪਣੀਆਂ ਫੌਜਾਂ ਦੇ ਸਮੇਤ ਰਾਤ ਦਾ ਖਾਣਾ ਖਾਧਾ ਸੀ। ਰਾਤ ਦੀ ਰੋਟੀ ਉਹਨਾਂ ਦੇ ਘਰ ਦੇ ਵਿੱਚ ਕੀਤੀ ਸੀ। ਤੋ ਸ਼ਾਇਦ ਆਪ ਜੀ ਨੂੰ ਇੰਟਰਨੈਟ ਦੇ ਜ਼ਰੀਏ ਇਸ ਗੱਲ ਦਾ ਪਤਾ ਹੈ। ਕਿਉਂਕਿ ਮੈਂ ਇਹ ਗੱਲ ਇੱਥੇ ਨਹੀਂ ਬੋਲ ਸਕਦਾ ਕਿ ਕਿਹਨਾਂ ਦੇ ਘਰ ਦੇ ਵਿੱਚ ਜਾ ਕੇ ਇਹਨਾਂ ਨੇ ਰਾਤ ਦਾ ਖਾਣਾ ਖਾਧਾ ਸੀ। ਸਾਰੀਆਂ ਫੌਜਾਂ ਨੇ, ਜਨਰਲ ਡਾਇਰ ਨੇ। ਰਾਤ ਦੇ ਸਮੇਂ ਉੱਥੋਂ ਖਾਣਾ ਕਰਕੇ ਰਾਤੋਂ ਰਾਤ ਪੰਜਾਬ ਛੱਡਿਆ ਸੀ ਅਤੇ ਰਾਤੋਂ ਰਾਤ ਪੰਜਾਬ ਛੱਡ ਕੇ ਆਪਣੇ ਹਕੂਮਤ ਸੀ ਜਿਹੜੀ ਇਹ ਚਲੀ ਗਈ ਸੀ। ਅਤੇ ਭਾਈ ਜਿਹੜੇ ਊਧਮ ਸਿੰਘ ਸੀ, ਜਿਨ੍ਹਾਂ ਦੇ ਨਾਮ 'ਤੇ ਸ਼ਹਿਰ ਵੀ ਵਸਿਆ ਹੋਇਆ ਹੈ, ਸਾਡੇ 'ਤੇ ਬੜਾ ਨਜ਼ਦੀਕ ਹੈ, ਤੋ ਉਹਨਾਂ ਨੇ ਬਹੁਤ ਜ਼ਿੰਦਗੀ ਦਾ ਅਹਿਮ ਹਿੱਸਾ ਕੱਢਦੇ ਹੋਏ, ਭਾਵੇਂ ਉਹ ਬੜੇ 7 ਸਮੁੰਦਰਾਂ ਤੋਂ ਪਾਰ ਜਾ ਕੇ ਬੈਠ ਗਿਆ ਸੀ, ਪਰ ਫਿਰ ਵੀ ਉਹਦੇ ਮਗਰ ਜਾ ਕੇ ਤਕਰੀਬਨ 22-23 ਸਾਲਾਂ ਬਾਅਦ ਸ਼ਹੀਦ ਊਧਮ ਸਿੰਘ ਨੇ ਬਦਲਾ ਲਿੱਤਾ ਸੀ। ਜਿਹੜੀ ਉਹਦੀ ਅਸੈਂਬਲੀ ਦੇ ਵਿੱਚ ਜਾ ਕੇ ਆਪਣਾ ਰਿਵਾਲਵਰ ਲਿਜਾ ਕੇ ਸਾਰੀ ਅਸੈਂਬਲੀ ਦੇ ਸਾਹਮਣੇ ਉਹਨੂੰ ਖਤਮ ਕੀਤਾ ਸੀ, ਗੋਲੀਆਂ ਮਾਰ ਕੇ। ਅਤੇ ਉਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਨੂੰ ਕਿੰਨੇ ਤਸੀਹੇ ਦਿੱਤੇ ਗਏ। ਇਹ ਤਾਂ ਹੁਣ ਜਦੋਂ ਅੰਗਰੇਜ਼ ਹਕੂਮਤ ਸਾਡੇ ਪੰਜਾਬ ਦੇ ਵਿੱਚ ਆ ਕੇ ਤਸੀਹੇ ਨਹੀਂ ਦੇਣੋਂ ਹਟਦੇ ਸੀ, ਅਤੇ ਉਹਨਾਂ ਨੇ ਆਪਣੇ ਰਾਜ ਭਾਗ ਦੇ ਵਿੱਚ ਤੇ ਉਹਨਾਂ ਨੇ ਸਭ ਕੁਛ ਕਰਨਾ ਸੀ। ਅਜੋਕੇ ਸਮੇਂ ਦੇ ਵਿੱਚ ਸ਼ਾਇਦ ਹੀ ਕੋਈ ਸਕੂਲ ਇਹੋ ਜਿਹਾ ਹੋਊਗਾ ਜਿਹੜੇ ਸਕੂਲ ਦੇ ਵਿੱਚ ਸ਼ਹੀਦ ਊਧਮ ਸਿੰਘ ਜੀ, ਭਗਤ ਸਿੰਘ ਸਰਾਭੇ ਜੀ, ਇਹਨਾਂ ਦੀਆਂ ਸ਼ਹੀਦੀਆਂ ਬਾਰੇ ਕੋਈ ਚਾਨਣਾ ਪਾਇਆ ਜਾਊਗਾ। ਵਰਨਾ ਇਹ ਸਾਰੇ ਦੇ ਸਾਰੇ ਸਕੂਲਾਂ ਵਾਲਿਆਂ ਨੇ ਸਾਡੇ ਜਿਹੜੇ ਬੱਚੇ ਸੀ, ਇਹ ਸਾਰੇ ਦੇ ਸਾਰੇ ਬੱਚਿਆਂ ਨੂੰ ਨੱਚਣ ਗਾਉਣ 'ਤੇ ਲਾਤਾ, ਸਾਰੇ ਦੇ ਸਾਰੇ ਬੱਚਿਆਂ ਨੂੰ। ਹੈਰਾਨਗੀ ਦੀ ਗੱਲ ਹੁੰਦੀ ਹੈ, ਅੱਜ ਦਾ ਤੇ ਕੋਈ ਫੰਕਸ਼ਨ ਨਹੀਂ ਹੋਣਾ ਕਿਸੇ ਸਕੂਲ ਦੇ ਵਿੱਚ। ਚਲੋ ਸਰਕਾਰ ਨੇ ਸਕੂਲ ਹੀ ਬੰਦ ਕਰ ਰੱਖੇ ਨੇ, ਗੱਲ ਹੀ ਖਤਮ ਕਰ ਦਿਓ, ਕਹਿੰਦੇ ਇਹਨਾਂ ਦੀ ਪੜ੍ਹਾਈ ਖਤਮ ਕਰ ਦਿਓ ਤਾਂ ਕਿ ਕੋਈ ਮੰਗਾ ਨਾ ਮੰਗਣ। 26 ਜਨਵਰੀ ਦਾ ਦਿਨ, 15 ਅਗਸਤ ਦਾ ਦਿਨ ਸਕੂਲਾਂ ਵਿੱਚ ਤਕਰੀਬਨ ਮਨਾਏ ਜਾਂਦੇ ਨੇ। ਤੋ ਸਕੂਲਾਂ ਵਾਲੇ ਤੇ ਮਾਂ-ਬਾਪ ਨੂੰ ਵੀ ਸਾਦੇ ਨੇ ਵੀ ਤੁਸੀਂ ਵੀ ਆਓ। ਸ਼ਾਇਦ ਕਦੇ ਆਪ ਜੀ ਵੀ ਗਏ ਹੋ। ਉੱਥੇ 15 ਅਗਸਤ ਨੂੰ ਕੀ ਹੋਇਆ ਸੀ, 26 ਜਨਵਰੀ ਨੂੰ ਕੀ ਹੋਇਆ ਸੀ, ਭਗਤ ਸਿੰਘ ਕੌਣ ਸੀ, ਕਰਤਾਰ ਸਿੰਘ ਸਰਾਭਾ ਕੌਣ ਸੀ, ਊਧਮ ਸਿੰਘ ਕੌਣ ਸੀ, ਇਹਨਾਂ ਦਾ ਕਿੱਥੇ ਜਨਮ ਹੋਇਆ, ਕੀ ਕੀ ਇਹ ਕਰਦੇ ਰਹੇ, ਕਿੰਨੀਆਂ ਕੁ ਜੇਲਾਂ ਕੱਟੀਆਂ, ਕਿਵੇਂ ਸ਼ਹੀਦੀ ਪ੍ਰਾਪਤ ਕੀਤੀ, ਇਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਫਾਰਮੈਲਿਟੀ ਪੂਰੀ ਕਰਨ ਦੇ ਮਾਰੇ ਸਕੂਲ ਵਿੱਚ ਝੰਡਾ ਝੁਲਾਇਆ। ਉਸ ਤੋਂ ਬਾਅਦ ਉੱਥੇ ਚੰਗੇ ਡੀਜੇ ਲੱਗੇ ਹੁੰਦੇ ਨੇ। ਇਹ ਸਾਡੇ ਬੱਚਿਆਂ ਨੂੰ ਮਹੀਨਾ ਪਹਿਲਾਂ ਟੀਚਰ ਸਿਖਲਾਈ ਦਿੰਦੇ ਨੇ ਅਤੇ ਫਿਰ ਮਹੀਨੇ ਬਾਅਦ ਸਾਡੀਆਂ ਅੱਖਾਂ ਦੇ ਸਾਹਮਣੇ ਉਹਨਾਂ ਬੱਚਿਆਂ ਨੂੰ ਨਚਾਉਂਦੇ ਨੇ। ਹੈਰਾਨਗੀ ਦੀ ਗੱਲ ਹੈ, ਇਕੱਲੇ ਸਕੂਲਾਂ ਵਾਲੇ ਤੇ ਹੈਰਾਨ ਨਾ ਹੋਏ, ਤੁਸੀਂ ਆਪ ਜੀ ਵੀ ਜਦੋਂ ਕੋਈ ਬੱਚਿਆਂ ਨੂੰ ਨੱਚਦਾ ਗਾਉਂਦਾ ਟੱਪਦਾ ਦੇਖਦੇ ਹਾਂ ਅਤੇ ਅਸੀਂ ਵੀ ਮਾਂ ਬਾਪ ਵੀ ਬੜੇ ਖੁਸ਼ ਹੁੰਦੇ ਹਾਂ, ਬੜੇ ਖੁਸ਼ ਹੁੰਦੇ ਹਾਂ। ਤੋ ਇਹ ਜਿਹੜਾ ਇੱਕ ਤਰੀਕੇ ਦੇ ਨਾਲ ਜਿਹੜਾ ਸਾਡਾ ਪੁਰਾਤਨ ਢਾਂਚਾ ਸੀ, ਸ਼ਹੀਦੀ ਜਿਹੜੇ ਸਮਾਗਮ ਸਨ, ਉਹਨਾਂ ਤੋਂ ਬੱਚਿਆਂ ਨੂੰ ਅਣਜਾਣ ਕਰਨਾ ਸਰਕਾਰ ਦਾ ਇੱਕ ਤਰੀਕਾ ਹੈ। ਬੱਚੀਆਂ ਨੇ ਇਹਨਾਂ ਨੂੰ ਸਕੂਲਾਂ ਦੇ ਵਿੱਚ ਹੀ ਨੱਚਣਾ ਗਾਉਣਾ ਸਾਰਾ ਕੁਝ ਸਿਖਾਇਆ ਜਾਂਦਾ ਹੈ। ਤੋ ਚਲੋ ਇਸ 'ਤੇ ਮੈਂ ਇਸ ਤੋਂ ਅੱਗੇ ਹੋਰ ਕੁਛ ਨਹੀਂ ਬੋਲਾਂਗਾ। ਬਾਕੀ ਤੁਸੀਂ ਸਾਰਾ ਕੁਛ 26 ਜਨਵਰੀ ਨੂੰ, 15 ਅਗਸਤ ਨੂੰ ਇਹ ਤੁਸੀਂ ਸਕੂਲਾਂ ਦੇ ਵਿੱਚ ਦੇਖ ਲਿਆ ਕਰੋ ਜਾਂ ਇੰਟਰਨੈਟ ਦੇ ਜ਼ਰੀਏ ਸੁਣ ਲਿਆ ਕਰੋ।
तो जिथे असी शहीदां दीयां गथावां दसणीਆਂ सन ਉਹ नहीं दसियां जा रही। तो बच्चे इन्हां गल्लां तो बिल्कुल अनजान हो गए ने। शहीद उधम सिंह जियां दे अंदर एक जज्बा सी, जिहड़े जज्बे जी तहत वो लंबे समय तक इस गल की उड़ीक करता रहा सी कि कद मैनू मौका मिले, कद मैं जिहड़े निर्दोष ਸਿੰਘਾਂ ਦੇ ਉੱਪਰ ਇਹਨਾਂ ਨੇ ਗੋਲੀਆਂ ਚਲਾਈਆਂ ਨੇ ਉਹਨਾਂ ਦਾ ਬਦਲਾ ਲਵਾਂ। ਸ਼ਹੀਦ ਸ਼ਬਦ ਹੈ ਜਿਹੜਾ, ਇਹ ਸ਼ਬਦ ਤੇ ਸਿੱਖ ਕੌਮ ਤੋਂ ਬਿਨਾਂ ਕੋਈ ਪੂਰਾ ਹੀ ਨਹੀਂ ਉਤਰਿਆ। ਜਦੋਂ ਸਾਡੇ ਸ਼ਹੀਦ ਦੀ ਗੱਲ ਆਉਂਦੀ ਹੈ, ਪਟਿਆਲੇ ਦੇ ਕੋਲ ਇੱਕ ਪਿੰਡ ਹੈ ਬਾਰਨ ਪਿੰਡ। ਜਦੋਂ ਆਪ ਜੀ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਹੋ, ਉਸ ਰੋਡ ਦੇ ਉੱਪਰ ਆਉਂਦਾ ਹੈ ਬਾਰਨ ਪਿੰਡ। ਉਹਦਾ ਪਹਿਲਾ ਨਾਮ ਸੀ ਮੁਗਲ ਮਾਜਰਾ। ਮੁਗਲ ਹਕੂਮਤ ਸੀ ਉਸ ਵਕਤ, ਤੇ ਮੁਗਲ ਮਾਜਰਾ ਉਹ ਪਿੰਡ ਦਾ ਨਾਮ ਰੱਖਿਆ ਹੋਇਆ ਸੀ ਮੁਗਲਾਂ ਦੇ ਨਾਮ ਤੇ। ਮੁਗਲਾਂ ਦੇ ਨਾਮ ਤੇ ਉਹ ਪਿੰਡ ਦਾ ਸੀ ਜਿਹੜਾ ਨਾਮ ਰੱਖਿਆ ਗਿਆ ਸੀ। ਕਿਉਂਕਿ ਮੈਂ ਕਾਫੀ ਵਾਰੀ ਇਹ ਗੱਲ ਸੁਚੇਤ ਕੀਤੀ ਹੈ ਕਿ ਕਥਾ ਚੱਲਦਿਆਂ ਚੱਲਦਿਆਂ ਕੋਈ ਨਾ ਕੋਈ ਇੱਕ ਅੱਧੀ ਗੱਲ ਹੈ ਜਿਹੜੀ ਉਹ ਸਾਨੂੰ ਨੋਟ ਕਰ ਲੈਣੀ ਚਾਹੀਦੀ ਹੈ ਕਿ ਬਹੁਤ ਸਾਰੇ ਜਿਹੜੇ ਪੰਜਾਬ ਦੇ ਸਾਰੇ ਪਿੰਡ ਨੇ, ਇਹਨਾਂ ਪਿੰਡਾਂ ਦਾ ਨਾਮ ਕਿੱਥੋਂ ਰੱਖਿਆ, ਕਿਉਂ ਰੱਖਿਆ, ਕਿਹਨੇ ਰੱਖਿਆ, ਕਾਰਨ ਕੀ ਸੀ, ਸਾਨੂੰ ਪਤਾ ਹੋਣਾ ਚਾਹੀਦਾ। ਸਕੂਲੀ ਵਿੱਦਿਆ ਲੈਵਲ 'ਤੇ ਵੀ, ਜਾਂ ਇੰਜ ਕਹਿ ਲਓ ਕਿ ਇਤਿਹਾਸ ਦੇ ਲੈਵਲ 'ਤੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਮੁਗਲਾਂ ਨੇ ਆਪਣੇ ਨਾਮ 'ਤੇ ਜਿਹੜੇ ਸੀ ਪਿੰਡਾਂ ਦੇ ਨਾਮ ਰੱਖੇ ਗਏ ਸੀਗੇ, ਅਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸਮਾਂ ਸੀਗਾ, ਉਸ ਵਕਤ ਜਦੋਂ ਬਾਬਾ ਪਿਰਥੀ ਚੰਦ ਅਤੇ ਮਹਾਦੇਵ ਹਰਿਮੰਦਰ ਸਾਹਿਬ ਦਾ ਸਾਰਾ ਸਾਜੋ ਸਮਾਨ ਚੱਕ ਕੇ ਇੱਧਰ ਮਾਲਵੇ 'ਚ ਆਏ ਹੈ, ਉਹਨਾਂ ਨੇ ਆਪਣੇ ਨਾਮ 'ਤੇ ਪਿੰਡਾਂ ਦੇ ਨਾਮ ਰੱਖੇ ਸੀਗੇ। ਜਿੰਨੇ ਇਹ ਪਿੰਡਾਂ ਦੇ ਨਾਮ ਰੱਖੇ ਹੋਏ ਨੇ, ਇਹਨਾਂ ਦਾ ਪਿਛੋਕੜ ਸਾਰਿਆਂ ਦਾ ਕੋਈ ਨਾ ਕੋਈ ਜ਼ਰੂਰ ਹੈ। ਕਿਉਂਕਿ ਜਿਹਦੀ ਜਿੰਨੇ ਕੁ ਚੱਲਦੀ ਸੀ ਉਹ ਓਨਾ ਕੁ ਹੁਕਮ ਲਾਗੂ ਕਰਦਾ ਹੈ। ਜਿਹਦੀ ਆਪਣੇ ਪਰਿਵਾਰ 'ਤੇ ਚੱਲਦੀ ਹੈ ਉਹ ਪਰਿਵਾਰ 'ਤੇ ਹੁਕਮ ਲਾਗੂ ਕਰਦਾ ਹੈ। ਜਿਹਦੀ ਇਲਾਕੇ ਦੇ ਵਿੱਚ ਚੱਲਦੀ ਹੈ ਉਹ ਇਲਾਕੇ ਦੇ ਵਿੱਚ ਆਪਣਾ ਨਾਮ ਚਮਕਾਉਂਦਾ ਹੈ, ਅਤੇ ਜਿਹਦੀ ਸਟੇਟ ਵਿੱਚ ਚੱਲਦੀ ਹੈ ਉਹ ਆਪਣਾ ਸਟੇਟ ਦੇ ਵਿੱਚ ਆਪਣੇ ਫਲੈਕਸ ਬੋਰਡ ਵੱਡੇ ਕਰ ਕਰਕੇ ਲਾਉਂਦਾ ਕਿ ਮੇਰਾ ਨਾਮ ਚਮਕੇ, ਮੇਰੇ ਨਾਮ 'ਤੇ ਜੀ ਇਹ ਹੈ, ਮੇਰੇ ਨਾਮ 'ਤੇ ਇਹ ਹੈ। ਰਾਜਨੀਤਿਕ ਲੋਕ ਬੜੇ ਵੱਡੇ ਪੱਥਰ ਲਾ ਦਿੰਦੇ ਨੇ ਪੱਕੇ ਕਰਕੇ ਵੀ ਸਾਡਾ ਨਾਮ ਚੱਲਣਾ ਚਾਹੀਦਾ। ਤੋ ਜਿੰਨੇ ਕੁ ਕਿਸੇ ਦਾ ਹੁਕਮ ਚੱਲਦਾ ਉਹ ਚਲਾਉਂਦੇ ਨੇ। ਜਿਸ ਵਕਤ ਮੁਗਲਾਂ ਦਾ ਰਾਜ ਸੀਗਾ, ਉਸ ਵਕਤ ਮੁਗਲਾਂ ਦਾ ਜਿੰਨਾ ਕੁ ਨਵਾਬਾਂ ਦਾ ਹੁਕਮ ਚੱਲਦਾ ਸੀ, ਉਹਨਾਂ ਨਵਾਬਾਂ ਨੇ ਆਪਣੇ ਮਰਜ਼ੀ ਦੇ ਮੁਤਾਬਕ ਆਪਣੇ ਕਿਸੇ ਵੱਡ ਵਡੇਰੇ ਜਾਂ ਆਪਣੀ ਆਉਣ ਵਾਲੀ ਔਲਾਦ ਦੇ ਨਾਮ 'ਤੇ ਪਿੰਡਾਂ ਦੇ ਨਾਮ ਰੱਖੇ ਸੀ। ਇੰਝ ਸੀ ਜਿਹੜੇ ਉਹ ਮੁਗਲ ਰਾਜ ਸੀਗਾ ਜੀ, ਉਹ ਆਪਣੇ ਨਾਮ ਰੱਖ ਦਿੰਦੇ ਹੁੰਦੇ ਸੀ। ਨਾਮ ਹੁਣ ਵੀ ਰੱਖੇ ਜਾਂਦੇ ਨੇ। ਕਿਸੇ ਨੇ ਬਹੁਤ ਵੱਡਾ ਪੈਲਸ ਪਾਇਆ, ਕਿਸੇ ਦੇ ਨਾਮ 'ਤੇ ਰੱਖ ਲੈਂਦੇ ਨੇ। ਕਿਸੇ ਦੀਆਂ ਬਹੁਤ ਸਾਰੀਆਂ ਬੱਸਾਂ ਚੱਲਦੀਆਂ ਨੇ, ਆਪਣੇ ਬੱਚਿਆਂ ਦੇ ਜਾਂ ਬਜ਼ੁਰਗਾਂ ਦੇ ਨਾਮ 'ਤੇ ਉਹਨਾਂ ਦਾ ਨਾਮ ਰੱਖ ਲੈਂਦੇ ਨੇ। ਸਾਡੇ ਘਰਾਂ ਦੇ ਵਿੱਚ ਟਰੈਕਟਰ ਨੇ, ਇਹ ਕਿਹੜਾ ਟਰੈਕਟਰ ਹੈ, ਉਹਨਾਂ ਨੇ ਆਪਣੇ ਬਜ਼ੁਰਗਾਂ ਦੇ, ਬੱਚਿਆਂ ਦੇ ਜਾਂ ਆਪਣੇ ਵੱਡ ਵਡੇਰਿਆਂ ਦੇ ਨਾਮ 'ਤੇ ਉਹਨਾਂ ਨੇ ਨਾਮ ਰੱਖੇ ਹੋਏ ਨੇ। ਇੰਝ ਇਹ ਜਿਹੜਾ ਜਿੰਨਾ ਕਿਸੇ ਦਾ ਹੁਕਮ ਚੱਲਦਾ ਉਹਨਾਂ ਦਾ ਨਾਮ ਰੱਖਦੇ ਨੇ। ਮੁਗਲ ਸਰਕਾਰ ਵੇਲੇ ਉਹਦਾ ਨਾਮ ਰੱਖਿਆ ਸੀ ਮੁਗਲ ਮਾਜਰਾ। ਅਤੇ ਜਦੋਂ ਨਵਾਬ ਆ ਰਿਹਾ ਸੀ ਨਾ, ਅਤੇ ਨਵਾਬ ਫਤਿਹਗੜ੍ਹ ਸਾਹਿਬ ਤੋਂ ਚੱਲਿਆ ਅਤੇ ਇੱਥੇ ਆ ਕੇ ਰੁਕਿਆ ਸੀ ਬਾਰਨ ਪਿੰਡ ਦੇ ਵਿੱਚ। ਉਸ ਵਕਤ ਇਹਦਾ ਨਾਮ ਸੀ ਮੁਗਲ ਮਾਜਰਾ। ਅਤੇ ਉਸ ਤੋਂ ਬਾਅਦ ਜਦੋਂ ਇਹ ਉੱਥੇ ਰੁਕਿਆ, ਅਤੇ ਇਹਦੇ ਕੋਲ ਕੀ ਸੀਗਾ, ਨਵਾਬ ਦੇ ਕੋਲ
तमाकू दीयां पंडां सन, तमाकू दीयां। इहने की कीता, उत्थे जदों इहने रैन बसेरा कीता ना, तो रैन बसेरे क्योंकि पुराने जमानों के विच जदों यात्रा ते चलदे ते राह दे विच किते रैन बसेरा कीता जांदा सीगा, ते उस पिंड दे विचों इहनूं पता लग गया कि इत्थे एक सिख परिवार रहिंदा है, सिख परिवार। इहने नवाब ने कहा, कहंदे जाओ उहनूं लैके आओ। इन्हां दा नाम सी भाई जै सिंह। इन्हां दे 2 सपुत्र सी, 2 इन्हां दे नूंहां आईयां होईयां सन, ते एक इन्हां दी जिहड़ी नूंह सी वो जापा कट्टण वास्ते अपने पेके पिंड गई हुई सी। उस टाइम कहंदे लियाओ उन्हां नूं। भाई जै सिंह नूं बुलाया गया। भाई जै सिंह नूं नवाब कहन लग्या, कहंदे सारा पिंड ते साडा है, क्योंकि उन्हां दा नाम ही मुगल माजरा पिंड दा नाम सी, ते तू इस पिंड दे विच किवें रह रहे हैं? चल कहंदे तैनूं होर ते कोई सज़ा नहीं देनी, तू मेरे साडे नाल चल, ते आ जिहड़ी तमाकू दी पंड है ना, कई पंडां सी उहदे कोले, ये जिहड़ी तमाकू दी एक पंड है, ये पंड तू अपने सिर ते चुक ला। भाई जै सिंह नूं कहा, ते भाई जै सिंह जी उन्हां नूं कहन लगे, कहंदे नवाब जिस धर्म दे विच मैं रह रहा हां, असीं तमाकू दा सेवन बिल्कुल भी नहीं करते, ते जे असीं सेवन नहीं ना करते, असीं इस तमाकू नूं हथ भी नहीं लाउणा। ये तो सानू गुरु साहिब जी महाराजियां ने वर्जित किया होया, ते जे असीं तमाकू दे हथ लाई गए, फिर साडा वखरापन की होवेगा। साडा धर्म एक इहो जिहा धर्म है, जिहड़ा धर्म सारे धर्मां तो वखरा है, ते ये किसी भी प्रकार के नशे नूं हथ नहीं लाउंदा। हाँ, जे किसी ते परोपकार करना होवे, ते फिर साडा धर्म देखदा नहीं है कि इहने किहड़े प्रकार का नशा कीता होया है, ये नहीं देखिया जांदा। नवाब कहन लग्या, तू अपनियां गल्लां एक पासे रख, ये तमाकू की जिहड़ी पंड है, ये तैनूं सिर ते चक के साडे नाल तुरना ही पैना है। जै सिंह कहन लग्या, कहंदे नवाब ये तो हो ही नहीं सकता कि मैं ये तमाकू दे पंड तो चक के तुरन की गल करदा, मैं तो इनू हथ तक भी नहीं लाउंदा, नहीं लावांगा इसनूं मैं हथ। वो कहन लगे, देख लै, वरना तैनूं सज़ा बहुत वड्डी मिलनी है। जै सिंह नूं कहन लगे, ते जै सिंह कहन लग्या, कहंदे सज़ा जिहड़ी मर्जी मिल जे, जे मैं ये तमाकू दी पंड नूं हथ लाया जां इहनूं सिर ते चुक्या, ते परमात्मा ने मैनूं पता नहीं किड्डी क वड्डी सज़ा लाउणी है। तूं किड्डी क वड्डी सज़ा देवेंगा? ਵੱਧ ਤੋਂ ਵੱਧ कोई 2-4 तसीहे दे लेगा, उस तो बाद खत्म कर देगा, होर की करेगा। पर जे मैनू मेरे परमात्मा ने सज़ा दी ना, पता नहीं किड्डी क वड्डी जन्मां जन्मां की सज़ा ला देगा। तू किड्डी क वड्डी सज़ा लावेगा? जो तेरे चित्त सज़ा आउंदी है, तू मैनू उही सज़ा ला सकदा है। मैं तेरी सज़ा तो डरन वाला नहीं है, पर मैं तमाकू की पंड नूं हथ नहीं लाउणा। कहन लगे चलो ठीक है, इहदे परिवार नूं लियाओ। परिवार नूं लिआंदा गया, 2 इन्हां दे बेटे, एक छोटा जिहा बच्चा, एक नूंह, ते इन्हां दे धर्म सपत्नी। एक नूंह इन्हां दी पेके पिंड गई हुई सी जापा कट्टण वास्ते, जिस तों बाद इन्हां दी फिर उहदे घर दे विच सी वो बेटी दे कुखों बच्चे ने जन्म लेता, जिस कारण करके इन्हां दी कुल चलदी रही है।
ਤੋਂ ਪਹਿਲਾਂ ਸਜ਼ਾ ਕਹਿੰਦੇ ਇਹਨਾਂ ਦੇ ਪੁੱਤਰਾਂ ਨੂੰ ਦਿੱਤੀ ਜਾਵੇ। ਪੁੱਤਰਾਂ ਨੂੰ, ਨੂੰਹ ਨੂੰ, ਪਤਨੀ ਨੂੰ, ਬੱਚੇ ਨੂੰ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਪਰ ਭਾਈ ਜੈ ਸਿੰਘ ਇੱਕ ਪੰਡ ਚੁੱਕਣ ਵਾਸਤੇ ਫਿਰ ਵੀ ਨਹੀਂ ਮੰਨੇ। ਤੋ ਜਿਹੜਾ ਗੁਰੂ ਸਾਹਿਬ ਜੀ ਮਹਾਰਾਜ ਦਾ ਸਿੱਖ ਹੈ, ਇਹਦਾ ਸਾਰਾ ਪਰਿਵਾਰ ਸ਼ਹੀਦ ਹੁੰਦਾ ਹੋਵੇ, ਤਮਾਕੂ ਨੂੰ ਕਦੇ ਹੱਥ ਨਹੀਂ ਲਾਵੇਗਾ, ਨਹੀਂ ਹੱਥ ਲਾਵੇਗਾ। ਭਾਈ ਜੈ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਤੁਹਾਡੇ ਤੇ ਹੁਣ ਜਿਹੜੀ ਤੁਹਾਨੂੰ ਸਜ਼ਾ ਮਿਲਣੀ ਹੈ ਨਾ, ਕਹਿੰਦੇ ਤੁਹਾਡੀ ਖੱਲ ਉਤਾਰੀ ਜਾਣੀ ਹੈ, ਖੱਲ ਉਤਾਰੀ ਜਾਣੀ ਹੈ ਕਹਿੰਦੇ ਤੁਹਾਡੀ। ਜੈ ਸਿੰਘ ਕਹਿਣ ਲੱਗਿਆ ਤੁਸੀਂ ਜੋ ਮਰਜ਼ੀ ਕਰੋ। ਜਦ ਤੁਹਾਨੂੰ ਕਹਿ ਦਿੱਤਾ ਇੱਕ ਵਾਰੀ, ਇੱਥੇ ਇੱਕ ਬਹੁਤ ਵੱਡੀ ਗੱਲ ਨੋਟ ਕਰਨ ਵਾਲੀ ਹੈ ਕਿ ਆਪਣੀ ਧਰਮ ਸਪਤਨੀ ਸ਼ਹੀਦ ਕਰਵਾ ਲਈ, 2 ਪੁੱਤਰ ਸ਼ਹੀਦ ਕਰਵਾ ਲਏ, ਬੱਚਾ ਸ਼ਹੀਦ ਕਰਵਾ ਲਿਆ, ਇੱਕ ਨੂੰਹ ਸ਼ਹੀਦ ਕਰਵਾ ਲਈ, ਪਰ ਹਜੇ ਤੱਕ ਵੀ ਭਾਈ ਜੈ ਸਿੰਘ ਤਮਾਕੂ ਨੂੰ ਹੱਥ ਲਾਉਣ ਵਾਸਤੇ ਤਿਆਰ ਨਹੀਂ ਹੋਏ। ਬਦਕਿਸਮਤੀ ਹੈ ਕਿ ਇਹੀ ਤਮਾਕੂ ਹਰ ਇੱਕ ਜਗ੍ਹਾ ਤੇ ਬੜੇ ਆਸਾਨ ਤਰੀਕੇ ਦੇ ਨਾਲ ਵਿਕ ਰਿਹਾ ਹੈ ਤੇ ਬੜੇ ਆਸਾਨ ਤਰੀਕੇ ਦੇ ਨਾਲ ਖਾਧਾ ਜਾ ਰਿਹਾ ਹੈ। ਫਿਰ ਆ ਕੇ ਕਹਿ ਦੇਣਗੇ ਜੀ ਹੱਥ ਜੋੜੇ, ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸੀਂ ਤਾਂ ਤੁਹਾਡੇ ਹੀ ਹਾਂ। ਆ ਜਿਹੜੀ ਅਸੀਂ ਆਹ ਗੱਲ ਕਹਿੰਦੇ ਆ ਨਾ, ਉਹ ਹੁਣ ਸੁਣ ਲਿਓ। ਭਾਈ ਜੈ ਸਿੰਘ ਨੂੰ ਨਵਾਬ ਦਾ ਹੁਕਮ ਹੋਇਆ ਮੁਗਲਾਂ ਨੂੰ, ਕਹਿਣ ਲੱਗੇ ਇਹਦੀ ਜਿਉਂਦੇ ਦੀ ਖੱਲ ਉਤਾਰ ਦਿਓ। ਹੁਣ ਹੁਕਮ ਸੀ ਨਵਾਬ ਦਾ ਤੇ ਉਹਦੇ ਨੌਕਰ ਕਿਵੇਂ ਮੋੜਨ? ਕਹਿਣ ਲੱਗੇ ਜੀ ਠੀਕ ਹੈ। ਜਦੋਂ ਉਹਨਾਂ ਨੇ ਭਾਈ ਜੈ ਸਿੰਘ ਨੂੰ ਬਿਠਾਇਆ ਨਾ, ਕਹਿੰਦੇ ਜੀ ਖੱਲ ਉਤਾਰ ਦਈਏ। ਨਵਾਬ ਕਹਿਣ ਲੱਗਾ ਕੀ ਕਰਦੇ ਹੋ? ਕਹਿੰਦੇ ਜੀ ਖੱਲ ਉਤਾਰਦੇ। ਕਹਿੰਦੇ ਖੱਲ ਇੰਜ ਨਹੀਂ ਉਤਾਰੀ ਜਾਂਦੀ, ਆ ਜਿਹੜਾ ਦਰਖਤ ਹੈ ਨਾ ਬਹੁਤ ਵੱਡਾ, ਇਸ ਦਰਖਤ ਤੇ ਇਹਨੂੰ ਪੁੱਠਾ ਲਮਕਾ ਕੇ ਦੀ ਪੈਰਾਂ ਵਾਲੇ ਪਾਸੋਂ ਖੱਲ ਉਤਾਰਨੀ ਸ਼ੁਰੂ ਕਰੋ। ਭਾਈ ਜੈ ਸਿੰਘ ਨੂੰ ਉਸ ਦਰਖਤ ਦੇ ਨਾਲ ਉਹਦੇ ਬਸਤਰ ਲਾ ਕੇ ਜੈ ਸਿੰਘ ਨੂੰ ਉਹਦੇ ਪੈਰ ਸੀ ਜਿਹੜੇ ਦਰਖਤ ਦੇ ਟਾਹਣੀ ਦੇ ਨਾਲ ਬੰਨੇ ਗਏ, ਪੁੱਠਾ ਕਰਕੇ ਲਮਕਾਇਆ ਗਿਆ। ਤੇ ਜਦੋਂ ਭਾਈ ਜੈ ਸਿੰਘ ਨੂੰ ਪੁੱਠਾ ਕਰਕੇ ਲਮਕਾਇਆ ਗਿਆ, ਤੱਤੀਆਂ ਰੰਬੀਆਂ ਕਰਕੇ ਮੁਗਲਾਂ ਨੇ ਤੱਤੀਆਂ ਰੰਬੀਆਂ ਕਰਕੇ ਭਾਈ ਜੈ ਸਿੰਘ ਦੇ ਉੱਪਰਲੇ ਪਾਸਿਓਂ, ਪੈਰ ਉੱਪਰ ਨੂੰ ਸੀ ਨਾ, ਪੈਰ ਉੱਪਰਲੇ ਗੂਠੇ ਤੋਂ, ਪੈਰ ਦੇ ਗੂਠੇ ਤੋਂ ਭਾਈ ਜੈ ਸਿੰਘ ਦੀ ਖੱਲ ਲਾਉਣੀ ਸ਼ੁਰੂ ਕੀਤੀ ਸੀ ਮੁਗਲਾਂ ਨੇ। ਤੇ ਪੈਰ ਦੇ ਗੂਠੇ ਤੋਂ ਲੈ ਕੇ ਉਹਨਾਂ ਨੇ ਖੱਲ ਉਤਾਰਦਿਆਂ ਗਰਮ ਰੰਬੀਆਂ ਕਰ ਕਰਕੇ ਖੱਲ ਉਤਾਰਦਿਆਂ ਸਿਰ ਦੀ ਚੋਟੀ ਤੱਕ ਉਹਨਾਂ ਨੇ ਖੱਲ ਉਤਾਰ ਕੇ ਪਾਸੇ ਰੱਖ ਦਿੱਤੀ ਸੀ ਭਾਈ ਜੈ ਸਿੰਘ ਦੀ। ਕਿਸ ਬਦਲੇ? ਕਾਦੇ ਬਦਲੇ? ਇੱਕ ਤਮਾਕੂ ਦੀ ਪੰਡ ਚੁੱਕਣ ਵਾਸਤੇ। ਖਾਣ ਨੂੰ ਤੇ ਨਹੀਂ ਆਖਿਆ ਸੀ, ਖਾਣ ਨੂੰ ਨਹੀਂ ਆਖਿਆ ਸੀ, ਚੁੱਕਣ ਵਾਸਤੇ ਆਖਿਆ ਸੀ ਕਿ ਤੂੰ ਪੰਡ ਚੁੱਕ ਤਮਾਕੂ ਦੀ। ਤੇ ਜਿਸ ਵਕਤ ਗਰਮ ਰੰਬੀਆਂ ਕਰ ਕਰਕੇ ਭਾਈ ਜੈ ਸਿੰਘ ਦੀ ਖੱਲ ਉਤਾਰੀ ਜਾ ਰਹੀ ਸੀ ਨਾ, ਉਸ ਵਕਤ ਉਹਦੀ ਜ਼ਬਾਨ ਦੇ ਵਿੱਚੋਂ ਕੀ ਨਿਕਲਦਾ ਸੀ? ਸਤਨਾਮ ਸ੍ਰੀ ਵਾਹਿਗੁਰੂ, ਆ ਨਿਕਲਦਾ ਸੀ ਜ਼ਬਾਨ ਵਿੱਚੋਂ। ਸਾਡੀ ਜ਼ਬਾਨ ਚੋਂ ਕਦੋਂ ਨਿਕਲਦਾ? ਨਿਕਲਦਾ ਕਦੇ? ਘਰਾਂ ਦੇ ਵਿੱਚ ਕਰੋੜਾਂ ਤਰ੍ਹਾਂ ਦੇ ਸੁੱਖ ਪਏ ਨੇ, ਬੱਚੇ ਖੇਡਦੇ ਨੇ, ਮਾਂ ਬਾਪ ਵੀ ਸਾਡੇ ਕੋਲ ਨੇ, ਕਈਆਂ ਦੇ ਚਲੇ ਗਏ, ਚਲੋ ਠੀਕ ਹੈ, ਸਮੇਂ ਸਮੇਂ ਦੀ ਖੇਡ। ਸਿਰ ਤੇ ਛੱਤ ਵੀ ਹੈ, ਕਰੋੜਾਂ ਪ੍ਰਕਾਰ ਦੇ ਸਾਡੇ ਕੋਲ ਵਸਤਰ ਨੇ ਪਾਉਣ ਵਾਸਤੇ, ਕਰੋੜਾਂ ਤਰ੍ਹਾਂ ਦੇ ਪਦਾਰਥ ਸਾਡੇ ਘਰੇ ਪਏ ਨੇ ਖਾਣ ਵਾਸਤੇ, ਲੱਖਾਂ ਤਰ੍ਹਾਂ ਦੇ ਸਰੀਰ ਤੇ ਸ਼ਿੰਗਾਰ ਪਹਿਨਣ ਵਾਸਤੇ ਸਾਡੇ ਕੋਲ ਨੇ।
पर किसी ने अपने घर दे विच बह के सतनाम वाहिगुरू कहा कदी? चेते करो अखा मीच के वो टाइम वो दिन जदों बाਰਨ पिंड दे विच पुट्ठी खल उतर रही है भाई जै सिंह दी, पर फिर भी वो सतनाम वाहिगुरू दा सिमरन करदा है। साडे घर दे विच किसे भी कोई वेला वांझा परिवार होगा जिहदे घर दे विच सतनाम वाहिगुरू दा अद्धा घंटा जाप हुंदा होवेगा कि एक बंदा बैठ के जाप करे, परिवार वाले बैठ के सुनन, एक वारी एक मनुख बोले तो दूजी वारी परिवारक मैंबर बोलना, भावें घर दे बूहे बंद होण, भावें साडे मोबाइल फोन बंद होवन, अद्धा घंटा 24 घंटिया के विचों कोई करता नहीं है। माफ़ करना, बड़े दुख की गल लगती है कि जदों इहो जिहा इतिहास कोई सामने आ जाता है भी साडी खातर पुट्ठियां खल्लां उतार लईआं ਸਿੰਘਾਂ ने, असीं उन्हां वास्ते की कर रहे हैं? इन्ने करोड़ां तरह के सुख साडे घर विच मौजूद ने, सतनाम वाहिगुरू दा सिमरन साडे घरां विचों भाई बिल्कुल अलोप हो चुकिया, बिल्कुल अलोप हो गया। ते ओही तमाकू जिहदे वास्ते भाई जै सिंह ने पुट्ठी खल उतारी सी, अज साडे पंजाब दे विच घर घर दे विच कर गया, कर गया। कोई कल्ले तंबाकू की गल है, करोड़ों तरह के नशे ने साडे घरां दे विच मौजूद पे ने। वो तंबाकू की खातर राजस्थान दे विच गुरु गोबिंद सिंह महाराज का घोड़ा रुक गया सी। सिंह कहन लगे महाराज की गल होई? कहंदे किसी वक्त खेत दे विच तंबाकू बीजिया गया सी, तां करके घोड़ा अगे नहीं जा रहा। ये तंबाकू इस दी बाबत पुट्ठियां खल्लां उतारियां गईयां ने, पर उन्होंने तंबाकू नूं हथ नहीं लाया। तो माफ़ करना, अज बंदा चंद रुपये अपनी जेब दे विच पाउंदा है ते बड़े सुचज्जे ढंग दे नाल तंबाकू का सेवन करदा है, ते वारस असीं उन्हां दे खवाउने जिन्हां ने इसे तंबाकू की खातर पैर दे गूठे तो लैके सिर की चोटी तक अपनी खल उतराई सी। खाण वास्ते नहीं कहा सी, चक्कण वास्ते कहा सी, उन्होंने हथ तक भी नहीं लाए। असी सारे शरीर दे विच उहदा सेवन करते हैं। तो फिर उस तो बाद सी जिहड़ा भाई जै सिंह नूं खल उतार के, पुट्ठी खल उतार के शहीद कर दिता गया। उस तो बाद सी जिहड़ा इसदा नाम सी पिंड दा बाਰਨ पिंड नाम पिया इसदा। आप जी कदे फतेहगढ़ सरहंद जाओ तो पटियाले तो जांदियां फतेहगढ़ साहब नूं जदों असीं बड़ा रोड जाने, उत्थे रस्ते दे विच पिंड आउंदा है। वो दरख्त भी हजे तक गुरु घर दे विच खड़ा है, जिहड़े दरख्त ते जै सिंह नूं पुट्ठा लमकाया गया सी। सो जिहड़ा शहीद शब्द है, साडी कौम दे अंदर बड़े अनेकां प्रकार के शहीद होए ने, जिन्हां ने पुट्ठियां खल्लां उतराइयां, खोपड़ियां लोहाइयां, चरखड़ियां ते चढ़े, बंद कटाए, कीमा कीते गए, पर सिक्खी नूं उन्हां ने दाग नहीं लगन दिता। अजोके समय दे मनुख की किहड़ी मजबूरी बन गई है जिहड़ा तंबाकू का सेवन करदा है। सो कदे ये भी ना होवे कि तुसी कल्ली साखी सुन के ना चले जाए। मैं काफ़ी बारी ये गल बेनती करदा हूँ ना कि कल्ली साखी सुन के असी नहीं जाना। जे राजे महाराजा दे जिहड़े महाराजे ने, सारी सृष्टि के पालनहार ने, जे असी उन्हां दी शरण दे विच आए हैं तो कुछ ना कुछ वड्डा ही लेके जाइए, वड्डा ही लेके जाइए। किसी MP MLA कोले जाने असी उन्नी क दात मंग लैने आ, मुख मंत्री कोले जाना पै गए थोड़ी जी वड्डी गल हुंदी है तां जाने आ, ते जे कदे सानू प्रधानमंत्री राष्ट्रपति तक पहुँच करनी पै जे फिर असी वो वड्डी गल हुंदी है जिहड़ी असी एडे वड्डे उन्हां दे कोल पहुँचदे आ अहुदेदारां दे कोले, वो वड्डी गल हुंदी है, ते वड्डी गल ही उत्थों असी लैके आउने। इसे लई
ਜਿਹੜੇ ਰਾਜੇ ਮਹਾਰਾਜਾਂ ਦੇ ਮਹਾਰਾਜੇ ਨੇ, ਸਾਰੀ ਸ੍ਰਿਸ਼ਟੀ ਦੇ ਪਾਲਣਹਾਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤੇ ਉਹਨਾਂ ਦੇ ਅਸੀਂ ਬਹੁਤ ਵੱਡੇ ਦਰਬਾਰ ਦੇ ਵਿੱਚ ਆਏ ਹਾਂ। ਤਾਂ ਇੱਥੇ ਵੱਡੀ ਗੱਲ ਹੀ ਜਿਹੜੀ ਹੈ ਉਹ ਅਸੀਂ ਆਪਣੇ ਪੱਲੇ ਬੰਨ੍ਹ ਕੇ ਜਾਈਏ ਤਾਂ ਸਾਡੇ ਆਉਣ ਦਾ ਫਾਇਦਾ ਹੈ। ਤਾਂ ਸ਼ਾਇਦ ਅਸੀਂ ਇਕੱਲੇ ਸਾਖੀ ਨਹੀਂ ਸੁਣ ਲੈਣੀ ਹੈ ਕਿ ਬਾਰਨ ਪਿੰਡ ਦੇ ਵਿੱਚ ਭਾਈ ਜੈ ਸਿੰਘ ਨੇ ਆਪਣੀ ਪੁੱਠੀ ਖੱਲ ਉਤਰਾ ਲਈ ਹੈ ਤੇ ਉਹਨਾਂ ਨੇ ਤੰਬਾਕੂ, ਇੰਨੀ ਕੁ ਗੱਲ ਨਹੀਂ ਹੈ। ਇਹਦਾ ਨਿਚੋੜ ਹੈ ਕਿ ਉਹਨਾਂ ਨੇ ਪੁੱਠੀ ਖੱਲ ਕਿਉਂ ਉਤਰਵਾਈ, ਤੇ ਸਾਡੀ ਐਡੀ ਕੀ ਮਜਬੂਰੀ ਹੈ ਜਿਹੜਾ ਅਸੀਂ ਘਰਾਂ ਦੇ ਵਿੱਚ ਤੰਬਾਕੂ ਦਾ ਸੇਵਨ ਕਰਦੇ ਹਾਂ ਜਾਂ ਤੰਬਾਕੂ ਨੂੰ ਹੱਥ ਲਾ ਰਹੇ ਹਾਂ, ਝੁੱਕ ਰਹੇ ਹਾਂ, ਅਸੀਂ ਉਹਨਾਂ ਦਾ ਸੇਵਨ ਕਰ ਰਹੇ ਹਾਂ। ਸਾਡੀ ਐਡੀ ਕੋਈ ਮਜਬੂਰੀ ਨਹੀਂ ਹੈ। ਸੋ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਸ਼ਹੀਦਾਂ ਦਾ ਜਿਹੜਾ ਇਹ ਸ਼੍ਰੇਣੀ ਚੱਲੀ ਹੈ, ਤਾਂ ਅੱਜ ਦੇ ਦਿਨ ਸ਼ਹੀਦ ਭਾਈ ਊਧਮ ਸਿੰਘ ਜੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਜਿਨ੍ਹਾਂ ਨੇ ਬਹੁਤ ਵੱਡੀ ਆਪਣੀ ਜ਼ਿੰਦਗੀ ਦੇ ਵਿੱਚ ਮਸ਼ੱਕਤ ਘਾਲੀ ਸੀ ਇਸ ਸੰਸਾਰ ਵਾਸਤੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਆਪਣਾ ਸਮਾਪਤੀ ਦਾ ਸਮਾਂ ਹੋ ਗਿਆ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਏ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।